गुरु जी का संदेश फैलाने और एनिमेटेड वीडियोस बनाने में हमारा सहयोग करें। ज्वाइन बटन दबाकर हमारे मेंबर बने या थैंक्स बटन दबाएं। साखी का हिंदी वर्जन देखने के लिए डिस्क्रिप्शन देखें। एक समय बाबा श्री चंद जी महाराज पेशावर विच धूना लगा के बैठे सन। उन्हां दे कोल भाई कमलिया जी भी बैठे सन अते आस-पास संगतां भी बैठियां सन। बाबा श्री चंद जी सच अते धर्म दा उपदेश दे रहे सन। संगत दी उस समय हैरानी दी कोई हद ना रही जदों बाबा जी अचानक ही अदृश्य हो गए ਅਤੇ ਕੁਝ ਸਮੇਂ ਬਾਅਦ ਦੁਬਾਰਾ ਆਸਨ ਤੇ ਬਿਰਾਜਮਾਨ ਹੋ ਗਏ। ਸੰਗਤਾਂ ਦੇ ਪ੍ਰਸ਼ਨ ਕਰਨ ਤੇ ਬਾਬਾ ਜੀ ਨੇ ਦੱਸਿਆ ਕਿ ਸਾਡੇ ਸੇਵਕ ਭਾਨਾ ਰਾਏ ਦਾ ਸਮੁੰਦਰ ਵਿੱਚ ਕੀਮਤੀ ਮਾਲ ਨਾਲ ਭਰਿਆ ਜਹਾਜ਼ ਸੰਕਟ ਵਿੱਚ ਘਿਰ ਚੁੱਕਾ ਸੀ ਅਤੇ ਭਗਤ ਭਾਨਾ ਰਾਏ ਰੋ ਰਹੇ ਸਨ ਅਤੇ ਮਿੰਨਤ ਕਰ ਰਹੇ ਸਨ। ਉਹਨਾਂ ਦੀ ਮਦਦ ਕਰਨ ਲਈ ਅਸੀਂ ਗਏ ਸਾਂ। ਬਾਕੀ ਸਭ ਕੁਝ ਉਹ ਖੁਦ ਹੀ ਆ ਕੇ ਦੱਸਣਗੇ। ਕੁਝ ਹੀ ਦਿਨਾਂ ਪਿੱਛੋਂ ਭਾਨਾ ਰਾਏ ਆ ਗਏ ਅਤੇ ਬਾਬਾ ਜੀ ਦੇ ਚਰਨਾਂ ਵਿੱਚ ਡਿੱਗ ਕੇ ਸਾਰੀ ਕਹਾਣੀ ਦੱਸ ਕੇ ਬਾਬਾ ਜੀ ਦਾ ਧੰਨਵਾਦ ਕਰਨ ਲੱਗੇ ਅਤੇ ਕਾਫੀ ਮੋਹਰਾਂ ਭੇਟਾਂ ਵਿੱਚ ਰੱਖੀਆਂ। ਜਿੱਥੇ ਇਹ ਕੌਤਕ ਹੋਇਆ ਸੀ ਉਸ ਸਥਾਨ ਤੇ ਗੁਰਦੁਆਰਾ ਪੰਜ ਜੋਤਾਂ ਬਾਬਾ ਸ਼੍ਰੀ ਚੰਦ ਜੀ ਪੇਸ਼ਾਵਰ ਦੇ ਨਾਮ ਨਾਲ ਪ੍ਰਸਿੱਧ ਹੈ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਾਰਠ ਸਾਹਿਬ ਗੁਰਦਾਸਪੁਰ ਵਿੱਚ ਵਿਰਾਜਮਾਨ ਸਨ। ਇੰਨੀ ਦੇਰ ਵਿੱਚ ਹੀ ਪਿੰਡ ਗੜਿਆਲ ਅਤੇ ਜ਼ਿਲ੍ਹਾ ਗੁਜਰਾਂਵਾਲਾ ਦੇ ਕੁਝ ਸੇਵਕ ਬਾਬਾ ਜੀ ਦੇ ਦਰਸ਼ਨਾਂ ਦੇ ਲਈ ਹਾਜ਼ਰ ਹੋਏ। ਬਾਬਾ ਜੀ ਦੇ ਦਰਸ਼ਨ ਕਰਕੇ ਸਾਰੇ ਸੇਵਕਾਂ ਦੇ ਹਿਰਦੇ ਗੁਲਾਬ ਦੇ ਵਾਂਗ ਖਿੜ ਉੱਠੇ। ਬਾਬਾ ਜੀ ਦੇ ਕੋਲ ਧੂਨਾ ਜਲ ਰਿਹਾ ਸੀ। ਭਾਈ ਕਮਲਿਆ ਜੀ ਵੀ ਕੋਲ ਹੀ ਬੈਠੇ ਸਨ। ਬਾਬਾ ਧਰਮਚੰਦ ਜੀ ਜੋ ਕਿ ਬਾਲ ਰੂਪ ਵਿੱਚ ਸਨ ਉਹ ਵੀ ਖੇਡਦੇ ਹੋਏ ਦਿਖਾਈ ਦੇ ਰਹੇ ਸਨ। ਸਾਰੇ ਸੇਵਕ ਆਪਣੇ ਆਪ ਦਾਤਾ ਜੀ ਦੇ ਚਰਨਾਂ ਵਿੱਚ ਝੁਕ ਗਏ। ਬੜੇ ਸਤਿਕਾਰ ਨਾਲ ਅੱਗੇ ਵੱਧ ਕੇ ਆਪਣੀ ਸਮਰੱਥਾ ਅਨੁਸਾਰ ਭੇਟ ਰੱਖ ਕੇ ਸ਼ੀਸ਼ ਝੁਕਾ ਕੇ ਬੈਠ ਗਏ। ਬਾਬਾ ਜੀ ਨੇ ਅਸ਼ੀਰਵਾਦ ਦਿੱਤਾ ਅਤੇ ਪੁੱਛਿਆ, ਪ੍ਰੇਮੀਓ ਕਿੱਥੋਂ ਆਏ ਹੋ? ਆਪ ਦਾ ਕਿਹੜਾ ਨਗਰ ਹੈ? ਤਾਂ ਇੱਕ ਸੇਵਕ ਨੇ ਬਾਬਾ ਜੀ ਨੂੰ ਪ੍ਰਾਰਥਨਾ ਕੀਤੀ, ਬਾਬਾ ਜੀ ਅਸੀਂ ਤਾਂ ਆਪ ਜੀ ਦੇ ਦਰਸ਼ਨਾਂ ਦੇ ਲਈ ਆਏ ਹਾਂ। ਅਸੀਂ ਪਿੰਡ ਘੜਿਆਲ ਗੁਜਰੋਵਾਲਾ ਦੇ ਰਹਿਣ ਵਾਲੇ ਹਾਂ। ਸਾਡਾ ਸਾਰਾ ਪਿੰਡ ਹੀ ਆਪ ਜੀ ਦੀ ਮਹਿਮਾ ਸੁਣ ਕੇ ਆਪ ਜੀ ਦਾ ਦਿਲੋਂ ਤੋਂ ਸੇਵਕ ਬਣ ਚੁੱਕਾ ਹੈ। ਅਸੀਂ ਹੁਣ ਸਾਰੇ ਪਿੰਡ ਵਾਲੇ ਆਪ ਜੀ ਤੋਂ ਪ੍ਰਾਰਥਨਾ ਕਰਨ ਆਏ ਹਨ ਕਿ ਕਿਰਪਾ ਕਰਕੇ ਸਾਡੇ ਨਗਰ ਵਿੱਚ ਚਰਨ ਪਾ ਕੇ ਸਾਡੀ ਧਰਤੀ ਨੂੰ ਪਵਿੱਤਰ ਕਰੋ ਜੀ। ਆਪ ਜੀ ਦੇ ਪਾਰਸ ਜਿਹੇ ਚਰਨ ਛੁੰਦੇ ਨਾਲ ਹੀ ਸਾਡਾ ਲੋਹੇ ਜਿਹਾ ਦਿਲ ਵੀ ਸੋਹਣਾ ਬਣ ਜਾਵੇਗਾ ਜੀ। ਬਾਬਾ ਜੀ ਅਸੀਂ ਕਾਫੀ ਸਮੇਂ ਤੋਂ ਤਿਆਰ ਹੋ ਰਹੇ ਸੀ। ਬਾਦਸ਼ਾਹ ਜੀ ਅਸੀਂ ਤਾਂ ਕਾਫੀ ਸਮੇਂ ਤੋਂ ਤਿਆਰ ਹੋ ਰਹੇ ਸੀ ਪਰ ਦਰਸ਼ਨਾਂ ਤਾਂ ਹੀ ਹੋਣੇ ਸੀ ਜਦੋਂ ਆਪ ਜੀ ਦਾ ਹੁਕਮ ਹੋਣਾ ਸੀ। ਮਿਹਰ ਕਰੋ ਬਾਦਸ਼ਾਹ, ਮਿਹਰ ਕਰੋ। ਅਜਿਹੇ ਮధుਰ ਵਚਨ ਸੁਣ ਕੇ ਬਾਬਾ ਜੀ ਬੜੇ ਪ੍ਰਸੰਨ ਹੋਏ ਅਤੇ ਉਹਨਾਂ ਨੇ ਵਚਨ ਦਿੱਤਾ, ਅਸੀਂ ਜ਼ਰੂਰ ਹੀ ਆਪ ਜੀ ਦੇ ਨਗਰ ਆਵਾਂਗੇ। ਫਿਰ ਭਾਈ ਕਮਲਿਆ ਜੀ ਨੂੰ ਕਿਹਾ, ਇਹਨਾਂ ਨੂੰ ਪ੍ਰਸ਼ਾਦ ਛਕਾਓ। ਫਿਰ ਸਾਰੇ ਸੇਵਕ ਪ੍ਰਸ਼ਾਦ ਖਾ ਕੇ ਬਾਬਾ ਜੀ ਦੀ ਆਗਿਆ ਲੈ ਕੇ ਆਪਣੇ ਨਗਰ ਲਈ ਰਵਾਨਾ ਹੋ ਗਏ। ਉੱਥੋਂ ਦੇ ਇੱਕ ਸੇਵਕ ਗੁਰਦਿੱਤਾ ਜੀ ਬਾਬਾ ਜੀ ਦੇ ਦਰਸ਼ਨਾਂ ਲਈ ਬੜੇ ਵਿਆਕੁਲ ਸਨ। ਰਾਤ ਦਿਨ ਦਾਤਾ ਜੀ ਦੇ ਚਰਨਾਂ ਵਿੱਚ ਧਿਆਨ ਜੋੜੀ ਰੱਖਦੇ ਸਨ। ਵੈਸੇ ਤਾਂ ਉਹ ਕਲਪਨਾ ਵਿੱਚ ਵੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਪਰ ਪ੍ਰਤੱਖ ਦਰਸ਼ਨਾਂ ਦੀ ਤਾਂਘ ਦਿਨੋਂ ਦਿਨ ਵੱਧ ਰਹੀ ਸੀ। ਬਾਬਾ ਜੀ ਆਪਣੇ ਭਗਤਾਂ ਦੇ ਲਈ ਹਜ਼ਾਰਾਂ ਮੀਲਾਂ ਦੀ ਯਾਤਰਾ ਦਾ ਸਫ਼ਰ ਕਰਕੇ ਜਦੋਂ ਕਦੀ ਵੀ ਕਿਸੇ ਜਗ੍ਹਾ ਭਗਤ ਯਾਦ ਕਰਦੇ ਉੱਥੇ ਪਹੁੰਚ ਜਾਂਦੇ ਸਨ। ਇਸ ਲਈ ਉਸੇ ਰੀਤ ਅਨੁਸਾਰ ਬਾਬਾ ਜੀ ਭਗਤ ਗੁਰਦਿੱਤਾ ਜੀ ਦੇ ਪ੍ਰੇਮ ਦੇ ਬੱਦੇ ਅਤੇ ਪਿੰਡ ਵਾਲਿਆਂ ਦੀ ਉਦਾਸੀ ਦੂਰ ਕਰਨ ਦੇ ਲਈ ਕਮਲਿਆ ਜੀ ਨੂੰ ਕਹਿਣ ਲੱਗੇ, ਚੱਲ ਭਾਈ ਕਮਲਿਆ, ਸਾਡਾ ਭਗਤ ਗੁਰਦਿੱਤਾ ਦਰਸ਼ਨਾਂ ਲਈ ਬੇਚੈਨ ਹੋ ਰਿਹਾ ਏ। ਭਾਈ ਧੰਨੇ ਦੇ ਵਾਂਗ ਉਹ ਵੀ ਮੇਰੇ ਨਾਲ ਧਿਆਨ ਜੋੜ ਕੇ ਰੱਖਦਾ ਏ। ਸਾਨੂੰ ਵੀ ਉਸ ਨੂੰ ਦੇਖੇ ਬਿਨਾਂ ਚੈਨ ਕਿੱਥੇ ਮਿਲਦਾ ਏ। ਉਸ ਭਗਤ ਦੀ ਪ੍ਰੇਮਾ ਭਗਤੀ ਹੁਣ ਹੱਦ ਤੋਂ ਜ਼ਿਆਦਾ ਵੱਧ ਗਈ ਹੈ। ਤਿਆਰੀ ਕਰੋ। ਕਮਲਿਆ ਜੀ ਨੇ 7 ਬਚਨ ਕਿਹਾ। ਫਿਰ ਕੀ ਸੀ,
ਬਾਬਾ ਜੀ ਭਾਈ ਕਮਲਿਆ ਜੀ ਦੇ ਨਾਲ ਗੜਿਆਲ ਆ ਕੇ ਬਿਰਾਜਮਾਨ ਹੋ ਗਏ। ਬਾਹਰ ਇੱਕ ਦਰਖਤ ਹੇਠਾਂ ਆਸਨ ਲਗਾਇਆ ਅਤੇ ਭਾਈ ਕਮਲਿਆ ਜੀ ਨੇ ਧੂਣਾ ਜਲਾਇਆ। ਉੱਥੇ ਇੱਕ ਲੜਕਾ ਪੈਰਾਂ ਤੋਂ ਹੀਨ ਸੀ, ਉਹ ਚੱਲ ਫਿਰ ਨਹੀਂ ਸੀ ਸਕਦਾ। ਸਵੇਰੇ ਘਰ ਵਾਲੇ ਉਸ ਨੂੰ ਚੱਕ ਕੇ ਇੱਥੇ ਸੰਤਾਂ ਦੇ ਡੇਰੇ ਦੇ ਨਜ਼ਦੀਕ ਬਰਗਦ ਦੇ ਦਰਖਤ ਹੇਠਾਂ ਛੱਡ ਜਾਂਦੇ ਸਨ ਅਤੇ ਸ਼ਾਮ ਦੇ ਵੇਲੇ ਘਰ ਲੈ ਜਾਂਦੇ ਸਨ। ਉਸ ਬਾਲਕ ਨੂੰ ਬਾਬਾ ਜੀ ਨੇ ਇਸ਼ਾਰਾ ਕੀਤਾ, ਬਾਲਕ ਜਾਓ ਅਤੇ ਸਾਡੇ ਭਗਤ ਗੁਰਦੀਤਾ ਨੂੰ ਜਾ ਕੇ ਬੁਲਾ ਲਿਆਓ। ਉਸ ਭੋਲੇ ਭਾਲੇ ਬਾਲਕ ਨੇ ਜਦੋਂ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਦੂਰ ਤੋਂ ਹੀ ਕਥਨ ਸੁਣ ਕੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ, हे दाता, मैं लत्ता तो लाचार हाँ, ਮੇਰੇ ਪੈਰ ਕੰਮ ਨਹੀਂ ਕਰਦੇ। ਮੈਂ ਜ਼ਰੂਰ ਆਪ ਜੀ ਦੀ ਹੁਕਮ ਦੀ ਪਾਲਣਾ ਅਤੇ ਸੇਵਾ ਕਰਤਾ। ਪਤਾ ਨਹੀਂ ਮੈਂ ਕਿਹੜੇ ਜਨਮ ਵਿੱਚ ਅਪਰਾਧ ਕੀਤਾ ਹੈ, ਜਿਸ ਕਾਰਨ ਨਾ ਹੀ ਸਾਧੂ ਸੰਤਾਂ ਦੀ ਨਾ ਹੀ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਸਕਦਾ, ਬਲਕਿ ਬੋਝ ਬਣ ਗਿਆ ਹਾਂ। ਇਹ ਜਿਹੀ ਜ਼ਿੰਦਗੀ ਨਾਲ ਤਾਂ ਮੌਤ ਹੀ ਚੰਗੀ ਹੈ। ਇੰਨਾ ਕਹਿ ਕੇ ਉਸ ਬਾਲਕ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰਾ ਵਹਿਣ ਲੱਗੀ। ਬਾਬਾ ਜੀ ਇਹ ਸਭ ਦੇਖ ਕੇ ਮੇਰਾ ਵਿੱਚ ਆ ਗਏ। ਉਹਨਾਂ ਨੇ ਉੱਠ ਕੇ ਬਾਲਕ ਦੀ ਪਿੱਠ ਤੇ ਅਸ਼ੀਰਵਾਦ ਦੇ ਕੇ ਕਿਹਾ, ਬਾਲਕ ਤੁਸੀਂ ਬਿਲਕੁਲ ਤਰੋ ਤਾਜ਼ਾ ਹੋ, ਉੱਠੋ, ਫਿਕਰ ਨਾ ਕਰੋ, ਈਸ਼ਵਰ ਤੁਹਾਡੇ ਨਾਲ ਹੈ। ਇਹ ਕਥਨ ਕਹਿਣ ਦੀ ਹੀ ਦੇਰ ਸੀ ਕਿ ਉਹ ਬਾਲਕ ਬਿਲਕੁਲ ਠੀਕ ਹੋ ਗਿਆ ਅਤੇ ਛਲਾਂਗਾ ਲਗਾਉਂਦਾ ਹੋਇਆ ਪਿੰਡ ਵੱਲ ਦੌੜ ਗਿਆ। ਜਦੋਂ ਪਿੰਡ ਵਾਲਿਆਂ ਨੇ ਦੇਖਿਆ ਤਾਂ ਉਹ ਬੜੇ ਖੁਸ਼ ਹੋਏ ਅਤੇ ਦੌੜਦੇ ਦੌੜਦੇ ਡੇਰੇ ਵੱਲ ਆ ਗਏ। ਉਧਰ ਭਗਤ ਗੁਰਦੀਤਾ ਜੀ ਵੀ ਆ ਗਏ ਤੇ ਬਾਬਾ ਜੀ ਦੇ ਚਰਨਾਂ ਦੇ ਨਾਲ ਲਿਪਟ ਗਏ। ਬਾਬਾ ਜੀ ਨੇ ਅਸ਼ੀਰਵਾਦ ਦੇ ਕੇ ਉਹਨਾਂ ਨੂੰ ਉਠਾਇਆ। ਸਾਰਾ ਪਿੰਡ ਹੀ ਆ ਕੇ ਧੂਨੇ ਦੇ ਕੋਲ ਬੈਠ ਗਿਆ। ਸਾਰਾ ਦਿਨ ਸਤਸੰਗ ਹੁੰਦਾ ਰਿਹਾ। ਬਾਬਾ ਜੀ ਦੇ ਇਸ ਕੌਤਕ ਨੇ ਸਾਰੇ ਪੰਜਾਬ ਵਿੱਚ ਧੂਮ ਮਚਾ ਦਿੱਤੀ। ਕਾਫੀ ਲੋਕ ਦਰਸ਼ਨਾਂ ਦੇ ਲਈ ਗੜਿਆਲ ਪਿੰਡ ਆ ਗਏ। ਪਿੰਡ ਵਾਲਿਆਂ ਨੇ ਵੀ ਸੇਵਾ ਵਿੱਚ ਕੋਈ ਕਸਰ ਨਾ ਛੱਡੀ। ਜਿੰਨੀ ਦੇਰ ਤੱਕ ਬਾਬਾ ਜੀ ਉੱਥੇ ਰਹੇ, ਉੱਥੇ ਲੰਗਰ ਚੱਲਦਾ ਰਿਹਾ। ਇਸ ਤਰ੍ਹਾਂ ਕਾਫੀ ਦਿਨ ਸੰਗਤਾਂ ਨੂੰ ਉਪਦੇਸ਼ ਦੇ ਕੇ ਗੜਿਆਲ ਪਿੰਡ ਵਾਲਿਆਂ ਦੀ ਮਨੋਕਾਮਨਾ ਪੂਰੀ ਕਰਕੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਕਰਕੇ ਬਾਬਾ ਜੀ ਆਪਣੇ ਸੇਵਕ ਕਮਲਿਆ ਜੀ ਦੇ ਨਾਲ ਫਿਰ ਬਾਰਠ ਸਾਹਿਬ ਜਾ ਕੇ ਬਿਰਾਜਮਾਨ ਹੋ ਗਏ। ਸਤਨਾਮ ਸ਼੍ਰੀ ਵਾਹਿਗੁਰੂ। श्री गुरु ग्रंथ साहिब अंग 19 में कहते हैं, किसान अपने रोजमर्रा के तजर्बे से जानता है कि बीज बीजने से पहले धरती को कैसे तैयार करना है ताकि बढ़िया फसल हो। इसी तरह सदा स्थिर रहने वाला परमात्मा बड़ा किसान है। वह बड़ा सुजान किसान है। वह गलती नहीं करता। जिस हृदय रूपी धरती में नाम बीज बीजना होता है, वह उस हृदय धरा को पहले अच्छी तरह से तैयार करता है, फिर उसमें सच्चे नाम का बीज बोता है। वह नाम उगता है मानो 9 खजाने पैदा हो जाते हैं। प्रभु की मेहर से उस हृदय की मेहनत स्वीकार हो जाती है। जो मनुष्य जानबूझ के गुरु की प्रतिभा को नहीं समझता, उसका सारा जीवन ढंग व्यर्थ है। आत्मिक रोशनी के पक्ष से अगर परखें तो उस अंधे ने प्रभु का नाम बिसारा है। अपने मन के पीछे चलने वाले के जीवन में अंधकार ही अंधकार रहता है। उसका जन्म मरण का चक्र नहीं खत्म होता। वह नित्य पैदा होता है, मरता है, पैदा होता है, मरता है और खुआर होता रहता है। किसी स्त्री ने अपने पति को प्रसन्न करने के लिए अपने शारीरिक श्रृंगार के वास्ते खरीद के चंदन मंगवाया, केसर मंगाया, सिर के केसों को सुंदर बनाने के लिए मांग का सिंदूर मंगवाया, इत्र, चंदन व अन्य सुगंधियां मंगवाई, पान मंगवाए और कपूर मंगवाया। पर अगर वह स्त्री पति को फिर भी अच्छी ना लगे तो उसके वह दिखावे के सारे उद्यम व्यर्थ हो गए, आडंबर बन के रह गए। यही हाल जीव स्त्री का है। पति प्रभु दिखावे के धार्मिक कर्मों उद्यमों से नहीं रीझता।
जब तक मनुष्य का मन गुरु के शब्द तीर से विच्छेदित नहीं होता, तब तक गुरु के दर पे शोभा नहीं मिलती। ऐसे मनुष्य के द्वारा बरते गए सारे सुंदर पदार्थ व्यर्थ चले जाते हैं, क्योंकि पदार्थों को भोगने वाला शरीर तो आखिर में राख हो जाता है। सारी शारीरिक सजावटें भी बेकार हो जाती हैं। हे नानक, वही भाग्यशाली जीव स्त्रियां मुबारक हैं जिनका प्रभुपति सप्रेम बना रहता है। सतनाम श्री वाहे गुरु।